ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਉਸ ਫੈਸਲੇ ਦੀ ਜਿਸ ਦੇ ਨਾਲ ਲੋਕਾਂ ਨੂੰ ਬੜੀ ਵੱਡੀ ਰਾਹਤ ਮਿਲੀ ਹੈ। ਸੋ ਫੈਸਲਾ ਕੀ ਲਿਆ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਸ ਦੇ ਨਾਲ ਲੋਕ ਖੁਸ਼ ਨਜ਼ਰ ਆ ਰਹੇ ਨੇ, ਉਸ ਬਾਰੇ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਹਾਈ ਕੋਰਟ ਦੇ ਉਸ ਸਖਤ ਆਦੇਸ਼ ਦੀ ਜਿਹੜਾ ਕਿ ਇੱਕ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਆਦੇਸ਼ ਲਗਾਏ ਨੇ, ਸਖਤ ਆਦੇਸ਼ ਦਿੱਤੇ ਗਏ ਨੇ, ਸੀਮਾ ਸਮਾਂ ਵੀ ਤੈਅ ਕੀਤੀ ਗਈ ਉਸ ਮਾਮਲੇ ਦੇ ਵਿੱਚ। ਆਖਰ ਪੂਰਾ ਮਾਮਲਾ ਕੀ ਹੈ ਜਿਸ ਦੇ ਉੱਪਰ ਅੱਜ ਝਿੜਕਾਂ ਪੈਂਦੀਆਂ ਹੋਈਆਂ ਨਜ਼ਰ ਆਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਂ ਫਿਰ ਪੰਜਾਬ ਸਰਕਾਰ ਨੂੰ। ਪੂਰਾ ਮਾਮਲਾ ਕੀ ਹੈ ਵਿਸਤਾਰ ਨਾਲ ਚਰਚਾ ਕਰਾਂਗੇ। ਨਾਲ ਹੀ ਨਾਲ ਚਰਚਾ ਕਰਾਂਗੇ ਭਗਵੰਤ ਮਾਨ ਦੀ ਸਰਕਾਰ ਦੇ ਉਸ ਐਕਸ਼ਨ ਦੀ ਜਿਸ ਐਕਸ਼ਨ ਦੇ ਨਾਲ ਲੋਕਾਂ ਨੂੰ ਜਿੱਥੇ ਰਾਹਤ ਮਿਲੇਗੀ ਉੱਥੇ ਹੀ ਮੁਲਾਜ਼ਮਾਂ ਦੀਆਂ ਅਧਿਕਾਰੀਆਂ ਦੀਆਂ ਨੀਂਦਾਂ ਉੱਡਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਆਖਰ ਕੀ ਆ ਉਹ ਐਕਸ਼ਨ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਲਿਆ ਗਿਆ, ਇਸ ਬਾਰੇ ਵਿਸਤਾਰ ਦੇ ਨਾਲ ਚਰਚਾ ਕਰਾਂਗੇ। ਤੇ ਚਰਚਾ ਕਰਨ ਦੇ ਲਈ ਮੈਂ ਨਾਲ ਜੁੜੇ ਹੋਏ ਨੇ ਮੇਰੇ ਸੀਨੀਅਰ ਸਹਿਯੋਗੀ ਅਵਤਾਰ ਸਿੰਘ ਗਿੱਲ ਸਾਹਿਬ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ। ਗਿੱਲ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ। ਧੰਨਵਾਦ ਲਖਵਿੰਦਰ ਜੀ। ਗਿੱਲ ਸਾਹਿਬ ਅੱਜ ਇੱਕ ਵੱਡਾ ਅਹਿਮ ਬਿਆਨ ਦਿੱਤਾ ਗਿਆ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਦੇ ਵੱਲੋਂ ਲੋਕ ਹਿੱਤ ਦੇ ਵਿੱਚ ਕਿ ਆਉਣ ਵਾਲੇ ਬਜਟ ਜੋ ਕਿ ਅਗਲੇ ਮਹੀਨੇ ਬਜਟ ਪੇਸ਼ ਕੀਤਾ ਜਾਏਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਪਹਿਲਾ ਬਜਟ ਹੋਏਗਾ ਉਹਦੇ ਵਿੱਚ ਲੋਕਾਂ ਦੀ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਇਸ ਬਜਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਵਾਂ ਟੈਕਸ ਨਹੀਂ ਲਗਾਇਆ ਜਾਏਗਾ। ਭਾਵ ਉਹਨਾਂ ਨੇ ਇਸ ਬਜਟ ਨੂੰ ਟੈਕਸ ਫ੍ਰੀ ਬਜਟ ਦਾ ਨਾਮ ਦਿੱਤਾਗਾ। ਕਿਵੇਂ ਦੇਖ ਰਹੇ ਹੋ ਇਸ ਬਜਟ ਨੂੰ ਤੇ ਲੋਕਾਂ ਨੂੰ ਕਿੰਨੀ ਵੱਡੀ ਰਾਹਤ ਹੈ ਇਸ ਬਜਟ ਤੋਂ? ਦੇਖੋ ਲਖਵਿੰਦਰ ਜੀ, ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪਹਿਲੀ ਵਾਰ ਬਜਟ ਪੇਸ਼ ਕਰਨ ਜਾ ਰਹੇ ਹੈ। ਇਹ ਤਾਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਬਜਟ ਹੈਗਾ ਜਿਹੜਾ ਲਿਆਂਦਾ ਜਾਵੇਗਾ। ਬੇਸ਼ੱਕ ਵਿੱਤ ਮੰਤਰੀ ਵੱਲੋਂ ਬਿਆਨ ਜ਼ਰੂਰ ਦਿੱਤਾ ਗਿਆ ਕਿ ਟੈਕਸ ਫ੍ਰੀ ਬਜਟ ਹੋਏਗਾ, ਲੇਕਿਨ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਜ਼ਾਹਰ ਨਹੀਂ ਕੀਤੀਆਂ ਗਈਆਂ। ਕਿਉਂਕਿ ਦੇਖੋ ਟੈਕਸ ਫ੍ਰੀ ਬਜਟ ਹੋਏਗਾ, ਚਲੋ ਠੀਕ ਹੈ, ਕਰੋਨਾ ਕਾਲ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੇ ਘਾਟੇ ਪਏ ਨੇ, ਲੋਕਾਂ ਦੇ ਘਰਾਂ ਤੱਕ ਦੀਆਂ ਕਿਸ਼ਤਾਂ ਟੁੱਟ ਗਈਆਂ, ਗੱਡੀਆਂ ਦੀਆਂ ਕਿਸ਼ਤਾਂ ਟੁੱਟ ਗਈਆਂ, ਜਾਂ ਫਿਰ ਗੱਲ ਕਰ ਲਈਏ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸੜਕ 'ਤੇ ਵੀ ਆ ਗਏ ਕਰੋਨਾ ਕਾਲ ਕਰਕੇ। ਚਲੋ ਉਹਨਾਂ ਲੋਕਾਂ ਦੇ ਲਈ ਇੱਕ ਰਾਹਤ ਹੋਏਗੀ ਵੱਡੀ, ਲੇਕਿਨ ਸਰਕਾਰ ਮਾਲੀਆ ਕਿੱਥੋਂ ਇਕੱਠਾ ਕਰੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਰੇਤੇ ਦੇ ਲਈ ਕਿਸ ਤਰ੍ਹਾਂ ਦਾ ਇਸ ਦੇ ਵਿੱਚ ਪ੍ਰਾਵਧਾਨ ਰੱਖਿਆ ਗਿਆ, ਕਿਉਂਕਿ ਉੱਥੋਂ ਜਿਹੜਾ ਪੈਸਾ ਆਉਣਾ ਹੈਗਾ ਉਸ ਦੇ ਲਈ ਕੀ ਕੀਤਾ ਗਿਆ, ਅਜਿਹਾ ਕੁਝ ਨਹੀਂ ਦੱਸਿਆ ਗਿਆ। ਲੇਕਿਨ ਟੈਕਸ ਫ੍ਰੀ ਇੱਕ ਰਾਹਤ ਕਿਹਾ ਜਾ ਸਕਦਾ ਆਮ ਲੋਕਾਂ ਦੇ ਲਈ, ਕਿਉਂਕਿ ਜੇਕਰ ਨਵੇਂ ਟੈਕਸ ਇਹ ਸਰਕਾਰ ਵੀ ਥੋਪ ਦਿੰਦੀ ਹੈ ਤਾਂ ਇਸ ਮਹਿੰਗਾਈ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੇ ਲਈ ਇੱਕ ਵੱਡੀ ਜਿਹੜੀ ਮੁਸ਼ਕਿਲ ਹੈ ਹੋਰ ਖੜੀ ਹੋ ਜਾਣੀ ਸੀ। ਲੇਕਿਨ ਹੁਣ ਇਹ ਸਾਫ਼ ਹੋ ਸਕੇਗਾ ਜਦੋਂ ਬਜਟ ਆਉਂਦਾ ਕਿ ਆਖਿਰ ਬਜਟ ਦੇ ਵਿੱਚ ਕੀਤਾ ਕੀ ਗਿਆ, ਕਿਸ ਤਰ੍ਹਾਂ ਦਾ ਬਜਟ ਲਿਆਂਦਾ ਗਿਆ। ਕਿਉਂਕਿ ਇਹ ਨਾ ਹੋਵੇ ਕਿ ਟੈਕਸ ਫ੍ਰੀ ਜ਼ਰੂਰ ਬਜਟ ਕਰ ਦਿੱਤਾ ਗਿਆ ਲੇਕਿਨ ਘੁਮਾ ਫਿਰਾ ਕੇ ਕੋਈ ਅਜਿਹਾ ਵਿੱਚ ਪੇਚ ਖੜਾ ਕਰ ਦਿੱਤਾ ਗਿਆ ਜਿਹੜਾ ਲੋਕਾਂ ਦੀ ਮੁਸੀਬਤ ਵਧਾ ਦੇਵੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹਲੇ ਜ਼ਾਹਰ ਹੋਣੀਆਂ ਬਾਕੀ ਨੇ। ਬਿਲਕੁਲ ਸਾਰਾ। ਸੋ ਦੂਸਰੇ ਪਾਸੇ ਹਜੇ ਬਜਟ ਆਇਆ ਵੀ ਨਹੀਂ, ਸਿਰਫ ਇੱਕ ਬਿਆਨ ਆਇਆਗਾ। ਇਸ ਬਿਆਨ ਦੇ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਨੇ। ਗੱਲ ਕਰੀਏ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ, ਉਹਨਾਂ ਨੇ ਇੱਕ ਤੰਜ ਕੱਸਦੇ ਹੋਏ ਇਹ ਗੱਲ ਕਹੀ ਹੈ ਵੀ ਅੱਛਾ ਬਜਟ ਹੋਏਗਾ, ਲੋਕਾਂ ਨੂੰ ਟੈਨਸ਼ਨ ਨਹੀਂ ਦੇਗਾ। ਲੇਕਿਨ ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਸਰਕਾਰ ਵੱਲੋਂ ਇਹ ਤਜਵੀਜ਼ ਹੀ ਨਹੀਂ ਦਿੱਤੀ ਗਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਮਾਲੀਆ ਕਿੱਥੋਂ ਇਕੱਠਾ ਹੋਏਗਾ, ਜਿਵੇਂ ਤੁਸੀਂ ਕਿਹਾ। ਦੂਸਰੇ ਪਾਸੇ ਉਹਨਾਂ ਨੇ ਇਹ ਗੱਲ ਵੀ ਕਹੀ ਕਿ 300 ਯੂਨਿਟ ਫ੍ਰੀ ਕਰਨ ਜਾ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਆਉਣ ਵਾਲੇ ਕੁਝ ਸਮੇਂ ਤੋਂ ਬਾਅਦ। ਸੋ ਉਸ ਦੇ ਲਈ ਜੋ ਐਕਸਟਰਾ ਪੈਸੇ ਦੀ ਲੋੜ ਹੋਏਗੀ ਉਹ ਪੈਸਾ ਕਿੱਥੋਂ ਆਏਗਾ। ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਿਹਾ ਵੀ 1-1000 ਰੁਪਇਆ ਹਰ ਇੱਕ ਪੰਜਾਬ ਦੀ ਔਰਤ ਨੂੰ ਇਸਤਰੀ ਨੂੰ ਦਿੱਤਾ ਜਾਏਗਾ। ਉਹ ਪੈਸਾ ਦਾ ਜੋ ਇੰਤਜ਼ਾਮ ਆ ਉਹ ਕਿੱਥੋਂ ਕੀਤਾ ਜਾਏਗਾ, ਇਸ ਬਾਰੇ ਕੋਈ ਤਜਵੀਜ਼ ਹੀ ਨਹੀਂ, ਕੋਈ ਨੀਤੀ ਨਹੀਂ, ਕੋਈ ਬਲੂ ਪ੍ਰਿੰਟ ਨਹੀਂ। ਫਿਰ ਇਸ ਬਜਟ ਨੂੰ ਕਿਵੇਂ ਦੇਖੀਏ ਅਸੀਂ ਵੀ ਇਹ ਬਜਟ ਬਿਲਕੁਲ ਸਹੀ ਹੋਏਗਾ ਜਾਂ ਫਿਰ ਲੋਕਾਂ ਨੂੰ ਰਾਹਤ ਦਿੰਦਾ ਹੋਇਆ ਆਪਣੇ ਲਈ ਇੱਕ ਵੱਡੀ ਮੁਸੀਬਤ ਖੜੀ ਕਰ ਲਵੇਗੀ ਆਮ ਆਦਮੀ ਪਾਰਟੀ ਸਰਕਾਰ ਇਸ ਬਜਟ ਦੇ ਦੁਆਰਾ? ਦੇਖੋ ਲਖਵਿੰਦਰ ਜੀ, ਅਸਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਬਜਟ ਦੇ ਵਿੱਚ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਨੇ, ਲੇਕਿਨ ਜਿਸ ਤਰ੍ਹਾਂ ਦੇ ਨਾਲ ਮੈਂ ਉਹੀ ਗੱਲ ਕਹੀ ਹੈ ਕਿ ਪਹਿਲੀ ਵਾਰ ਬਜਟ ਪੇਸ਼ ਕਰਨਾ ਇੱਕ ਨਵਾਂ ਤਜਰਬਾ, ਜਿਹੜਾ ਇੱਕ ਨਵੀਂ ਸਿੱਖ ਹੈਗੀ ਜਿਹੜੀ ਉਹ ਸਰਕਾਰ ਨੂੰ ਮਿਲੂਗੀ। ਲੇਕਿਨ ਜਿਸ ਤਰ੍ਹਾਂ ਦੇ ਐਲਾਨ ਕੀਤੇ ਹੋਏ ਨੇ ਸਰਕਾਰ ਦੇ ਔਰ ਜਿਸ ਤਰ੍ਹਾਂ ਦੀ ਬਗਾਵਤ ਹੋ ਰਹੀ ਹੈ ਸੂਬੇ ਦੇ ਵਿੱਚ,
ਉਹਨਾਂ ਚੀਜ਼ਾਂ ਨੂੰ ਵੀ ਦੇਖਣਾ ਬਹੁਤ ਜ਼ਰੂਰੀ ਹੁੰਦਾ ਸਰਕਾਰਾਂ ਨੂੰ, ਕਿਉਂਕਿ ਬਜਟ ਹੁੰਦਾ ਜਿਹੜਾ ਉਹ ਪੂਰੀ ਸਰਕਾਰ ਦੀ ਰੂਪਰੇਖਾ ਤੈਅ ਕਰਦਾ। ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੁਣ ਗੱਲ ਕਰ ਲਈਏ, ਬੀਤੇ ਦਿਨੀ ਰੋਡਵੇਜ਼ ਦੇ ਵਿੱਚ ਇੱਕ ਬਗਾਵਤ ਹੋਈ ਹੈ, ਜਿਸ ਦੇ ਵਿੱਚ ਬਕਾਇਦਾ ਤੌਰ ਤੇ ਟਰਾਂਸਪੋਰਟ ਮੰਤਰੀ ਨੂੰ ਵੀ ਘੇਰਦੀਆਂ ਨਜ਼ਰ ਆਈਆਂ ਜਥੇਬੰਦੀਆਂ, ਕਿਉਂਕਿ ਮਹਿਲਾਵਾਂ ਦੇ ਫ੍ਰੀ ਸਫ਼ਰ ਵਾਲੇ 144 ਕਰੋੜ ਰੁਪਏ ਨਹੀਂ ਦਿੱਤੇ ਗਏ। ਬਹੁਤ ਸਾਰੇ ਰੂਟ ਨੇ ਜਿਹੜੇ ਉਹ ਬੰਦ ਹੋ ਗਏ ਨੇ। ਕਾਰਨ ਕੀ ਆ ਉਸ ਦੇ ਪਿੱਛੇ? ਕਿ ਤੇਲ ਪਾਉਣ ਨੂੰ ਪੈਸੇ ਨਹੀਂ ਆ ਪੀਆਰਟੀਸੀ ਦੇ ਕੋਲ, ਪਨਬਸ ਦੇ ਕੋਲ। ਤਾਂ ਇਸ ਤਰ੍ਹਾਂ ਦੀਆਂ ਬਗਾਵਤਾਂ ਵੀ ਹੋ ਰਹੀਆਂ ਨੇ। ਤਾਂ ਦੂਜੇ ਪਾਸੇ ਰੇਤੇ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੀ ਬਿਜਲੀ ਦੇਣੀ ਆ ਜਾਂ ਨਹੀਂ ਦੇਣੀ ਉਹ ਅਲੱਗ ਗੱਲ ਹੈਗੀ ਆ, ਉਹਦੀ ਗੱਲ ਕਰ ਲਈਏ, ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਆਪਾਂ ਕਹਿ ਰਹੇ ਹਾਂ ਕਿ ਇਹ ਮਹਿਲਾਵਾਂ ਨੂੰ 1000 ਰੁਪਇਆ ਜਿਹੜਾ ਦੇਣਾ ਹੈਗਾ ਉਹਦੀ ਗੱਲ ਕਰ ਲਈਏ, ਤਾਂ ਇਹ ਸਾਰੀਆਂ ਚੀਜ਼ਾਂ ਦੇ ਲਈ ਫਿਰ ਸਰਕਾਰ ਪੈਸਾ ਲਿਆਊਗੀ ਕਿੱਥੋਂ? ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ। ਬਿਲਕੁਲ ਸਰ, ਬਿਲਕੁਲ। ਸਰਕਾਰ ਜੇ ਆਪਾਂ ਕਹੀਏ ਬਜਟ ਦੇ ਕੇ ਲੋਕਾਂ ਨੂੰ ਤਾਂ ਰਾਹਤ ਦਿੰਦੀ ਨਜ਼ਰ ਆ ਰਹੀ ਹੈ, ਲੇਕਿਨ ਖੁਦ ਉਹ ਮੈਨੂੰ ਲੱਗਦਾ ਚੱਕਰ ਵੀ ਉਹਦੇ ਵਿੱਚ ਫਸਦੀ ਆ ਰਹੀ ਹੈ, ਕਿਉਂਕਿ ਬਲੂਪ੍ਰਿੰਟ ਜਿਵੇਂ ਗੱਲ ਅਕਸਰ ਕਰਦੇ ਹੋ ਨਵਜੋਤ ਸਿੰਘ ਸਿੱਧੂ ਵੀ ਬਲੂਪ੍ਰਿੰਟ ਤੋਂ ਬਿਨਾਂ ਸਰਕਾਰਾਂ ਨਹੀਂ ਚੱਲਦੀਆਂ। ਸੋ ਬਲੂਪ੍ਰਿੰਟ ਜਾਂ ਤਜਵੀਜ਼ ਇਸ ਬਜਟ ਦੇ ਵਿੱਚ ਵੀ ਦਿਖਾਈ ਨਹੀਂ ਦਿੱਤੀ ਅੱਜ ਤੱਕ, ਜੋ ਅੱਜ ਉਹਨਾਂ ਦਾ ਬਿਆਨ ਆਇਆ। ਹਾਂ, ਹੋ ਸਕਦਾ ਵੀ ਜਦੋਂ ਤੱਕ ਬਜਟ ਪੇਸ਼ ਕਰਿਆ ਜਾਵੇ ਉਦੋਂ ਖੁੱਲ੍ਹ ਕੇ ਇਸ ਦੇ ਬਾਰੇ ਦੱਸਿਆ ਜਾਵੇ ਵੀ ਆਖਰ ਪੈਸਾ ਪੰਜਾਬ ਦੇ ਲਈ ਆਏਗਾ ਕਿੱਥੋਂ। ਸੋ ਇੱਥੇ ਤਾਂ ਚਲੋ ਇੱਕ ਰਾਹਤ ਦੀ ਗੱਲ ਲੋਕਾਂ ਲਈ ਹੈ, ਲੇਕਿਨ ਇੱਕ ਵੱਡੀ ਮੁਸੀਬਤ ਜੇ ਆਪਾਂ ਕਹੀਏ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸਾਹਮਣੇ ਖੜੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਹਾਈ ਕੋਰਟ ਦੇ ਵੱਲੋਂ ਸਖਤ ਆਦੇਸ਼ ਦਿੱਤੇ ਗਏ ਨੇ 600 ਕਰੋੜੀ ਡਰੱਗ ਘੁਟਾਲੇ ਦੇ ਵਿੱਚ ਵੀ ਉਹ ਆਪਣੀ ਜਲਦੀ ਤੋਂ ਜਲਦੀ ਜਵਾਬ ਦਾਇਰ ਕਰਨ। 7 ਜੁਲਾਈ ਦੀ ਤਾਰੀਖ ਦਿੱਤੀ ਗਈ, ਡੇਟ ਦਿੱਤੀ ਗਈ ਵੀ ਉਸ ਤੋਂ ਪਹਿਲਾਂ ਉਹ ਜਵਾਬ ਦੇਣ ਕਿ ਆਖਰ ਇਸ ਮਾਮਲੇ ਦੇ ਵਿੱਚ ਹੁਣ ਤੱਕ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ, ਹੁਣ ਤੱਕ ਸਰਕਾਰ ਵੱਲੋਂ ਕੀ ਕੰਮ ਕੀਤੇ ਗਏ ਨੇ, ਕਿਸ ਦਿਸ਼ਾ ਦੇ ਵਿੱਚ ਕਾਰਵਾਈ ਅੱਗੇ ਵਧਾਈ ਗਈ ਹੈ। ਤੇ ਨਾਲ ਹੀ ਨਾਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਵੀ ਅੱਗੇ ਨੂੰ ਨਸ਼ਾ ਰੋਕਣ ਦੇ ਲਈ ਸਰਕਾਰ ਵੱਲੋਂ ਕਿਹੜੇ ਕਦਮ ਚੁੱਕੇ ਗਏ ਨੇ। 7 ਜੁਲਾਈ ਤੱਕ ਕੀ ਤੁਹਾਨੂੰ ਲੱਗਦਾ ਹੈ ਨਵੀਂ ਬਣੀ ਸਰਕਾਰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਸਮਰੱਥ ਹੋਏਗੀ? ਕਿਵੇਂ ਦੇਖ ਰਹੇ ਹੋ? ਦੇਖੋ ਲਖਵਿੰਦਰ ਜੀ, ਇਹ ਸਾਰਾ ਦਾਰੋ-ਮਦਾਰ ਹੁੰਦਾ ਹੈ। ਜਿਹੜੇ ਐਡਵੋਕੇਟ ਜਨਰਲ ਹੁੰਦੇ ਨੇ ਉਹਨਾਂ ਨੇ ਰਿਪੋਰਟ ਤਿਆਰ ਕਰਨੀ ਹੁੰਦੀ ਹੈ, ਸਰਕਾਰਾਂ ਨੇ ਤਾਂ ਅੰਕੜੇ ਦੇਣੇ ਹੁੰਦੇ ਨੇ। ਲੇਕਿਨ ਜੇਕਰ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਬਹੁਤ ਕਰੋੜੀ ਡਰੱਗ ਰੈਕਟ ਦੀ ਗੱਲ ਹੁੰਦੀ ਹੈ, ਜਿਸ ਦੇ ਵਿੱਚ ਰਾਜਾ ਕੰਦੋਲਾ ਦੀ ਗ੍ਰਿਫਤਾਰੀ ਹੁੰਦੀ ਹੈ ਪਹਿਲਾਂ, ਉਸ ਤੋਂ ਬਾਅਦ ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਹੁੰਦੀ ਹੈ, ਸਰਬਜੀਤ ਸੱਬਾ ਦੀ ਗ੍ਰਿਫਤਾਰੀ ਹੁੰਦੀ ਹੈ, ਬਹੁਤ ਸਾਰੇ ਹੋਰ ਲੋਕ ਹੈਗੇ ਨੇ ਜਿਹੜੇ ਦਵਿੰਦਰ ਦੀ ਗ੍ਰਿਫਤਾਰੀ ਹੁੰਦੀ ਹੈ, ਜਾਂ ਬੰਬੇ ਤੋਂ ਗ੍ਰਿਫਤਾਰੀਆਂ ਹੁੰਦੀਆਂ ਨੇ। ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ, ਬਹੁਤ ਸਾਰੀਆਂ ਰਿਕਵਰੀਆਂ ਵੀ ਹੋਈਆਂ, ਲੇਕਿਨ ਕਿਤੇ ਨਾ ਕਿਤੇ ਪੁਲਿਸ ਵੱਲੋਂ ਇਸ ਦੇ ਵਿੱਚ ਬਾਹੋਵਾਹੀ ਖੱਟਣ ਦੇ ਚੱਕਰ ਦੇ ਵਿੱਚ ਇਸ ਡਰੱਗ ਰੈਕਟ ਨੂੰ ਕੁਛ ਜ਼ਿਆਦਾ ਹੀ ਕਹਿ ਲਈਏ ਕਿ ਵੱਡਾ ਜਿਹੜਾ ਕਰਾਰ ਦੇ ਦਿੱਤਾ ਗਿਆ। ਜਿਸ ਤਰ੍ਹਾਂ ਦੇ ਨਾਲ ਬਹੁਤ ਕਰੋੜੀ ਦੀ ਆਪਾਂ ਗੱਲ ਕਰਦੇ ਆ ਕਿ ਉਹਨੇ ਕਰੋੜ ਦਾ ਜਿਹੜਾ ਜਵਾਬ ਹੈਗਾ ਹੁਣ ਉਹ ਸਰਕਾਰ ਕਿਸ ਤਰ੍ਹਾਂ ਸਬਮਿਟ ਕਰੇਗੀ, ਇਹ ਜਿਹੜਾ ਵੱਡਾ ਸਵਾਲ ਹੈ। ਕਿਉਂਕਿ ਉਸ ਦੇ ਸਾਰੇ ਅੰਕੜੇ ਇਕੱਠੇ ਕਰਨੇ ਪੈਣਗੇ, ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਜੋ ਕਾਰਵਾਈਆਂ ਹੋਈਆਂ, ਜਿੱਥੇ ਕੋਈ ਰੇੜਾਂ ਹੋਈਆਂ ਨੇ, ਉਹਨਾਂ ਸਾਰੀਆਂ ਰੇੜਾਂ ਦਾ ਜਿਹੜਾ ਸਾਰਾ ਕਹਿ ਲਈਏ ਕਾਗਜ਼ ਪੱਤਰ ਨੇ ਉਹ ਸਾਰੇ ਇਕੱਠੇ ਕਰਨੇ ਪੈਣਗੇ। ਉਸ ਤੋਂ ਬਾਅਦ ਕਿੱਥੇ ਮਾਮਲੇ ਦਰਜ ਹੋਏ ਨੇ ਉਹ ਵੀ ਦੱਸਣਾ ਪਏਗਾ ਇਸ ਰਿਪੋਰਟ ਦੇ ਵਿੱਚ। ਤਾਂ ਇੱਕ ਵੱਡਾ ਚੈਲੰਜ ਹੈਗਾ ਜਿਹੜਾ ਉਹ ਖੜਾ ਹੋ ਗਿਆ, ਕਿਉਂਕਿ ਮਾਣਯੋਗ ਹਾਈ ਕੋਰਟ ਨੇ ਜਦੋਂ ਰਿਪੋਰਟ ਮੰਗ ਲਈ ਹੈ ਤਾਂ ਇਹ ਜਿਹੜਾ ਪ੍ਰਚਾਰਿਆ ਗਿਆ ਸੀ ਬਹੁਤ ਜ਼ਿਆਦਾ ਇਸ ਡਰੱਗ ਰੈਕਟ ਨੂੰ, ਉਸ ਦੇ ਵਿੱਚ ਲਗਾਤਾਰ ਜਿਹੜੀਆਂ ਪਟੀਸ਼ਨਾਂ ਨੇ ਉਹ ਵੀ ਪੈਂਦੀਆਂ ਰਹੀਆਂ ਨੇ, ਲਗਾਤਾਰ ਜਿਹੜੀਆਂ ਜ਼ਮਾਨਤਾਂ ਨੇ ਉਹ ਵੀ ਲੱਗਦੀਆਂ ਰਹੀਆਂ ਨੇ। ਬੇਸ਼ੱਕ ਉਹ ਜ਼ਮਾਨਤਾਂ ਕੈਂਸਲ ਹੁੰਦੀਆਂ ਹੋਣ, ਬੇਸ਼ੱਕ ਇਸ ਮਾਮਲੇ ਦੇ ਤਾਰ ਵਿਕਰਮ ਮਜੀਠੀਆ ਦੇ ਨਾਲ ਜੋੜ ਕੇ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੋਵੇ, ਲੇਕਿਨ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਵੀ ਸਰਕਾਰ ਕੋਲ ਪਹੁੰਚੀਆਂ ਨੇ, ਲੇਕਿਨ ਉਹਨਾਂ ਰਿਪੋਰਟਾਂ ਦੀ ਕੋਈ ਉੱਗ ਸੁੱਗ ਨਹੀਂ ਨਿਕਲੀ। ਤਾਂ ਹੁਣ ਇੱਕ ਵੱਡਾ ਚੈਲੰਜ ਹੈਗਾ ਕਿ ਇੰਨਾ ਡਾਟਾ ਇਕੱਠਾ ਕਰਨਾ, ਫਿਰ ਉਸ ਦਾ ਐਨਾਲਾਈਜ਼ ਕਰਨਾ, ਫਿਰ ਉਸ ਦੇ ਵਿੱਚੋਂ ਅੰਕੜੇ ਕੱਢਣੇ ਕਿ ਆਖਰ ਇਹ ਡਰੱਗ ਰੈਕਟ ਦੇ ਵਿੱਚ ਜਿਹੜੀਆਂ ਰਿਕਵਰੀਆਂ ਹੋਈਆਂ ਉਹ ਕਿੰਨੇ 100 ਕਰੋੜ ਦੀਆਂ ਸੀ। ਇਹ ਸਾਰਾ ਕੁਝ ਦੱਸਣਾ ਇੱਕ ਵੱਡਾ ਚੈਲੰਜ ਬਣ ਗਿਆ ਭਗਵੰਤ ਮਾਨ ਸਰਕਾਰ ਦੇ ਲਈ, ਖਾਸ ਕਰਕੇ ਕਿਉਂਕਿ ਸਰਕਾਰ ਨਵੀਂ ਹੈਗੀ ਆ, ਹਲੇ ਤਜਰਬਾ ਵੀ ਬਹੁਤ ਜ਼ਿਆਦਾ ਘੱਟ ਹੈਗਾ, ਕਿਉਂਕਿ ਪਹਿਲੀ ਵਾਰ ਸਰਕਾਰ ਬਣੀ ਆ, ਮੁੱਖ ਮੰਤਰੀ ਵੀ ਪਹਿਲੀ ਵਾਰ ਬਣੇ ਨੇ, ਤਾਂ ਵੱਡਾ ਚੈਲੰਜ ਕਿਹਾ ਜਾ ਸਕਦਾ। ਬਿਲਕੁਲ, ਜਿਵੇਂ ਅੱਜ ਉਹ ਕਹਿੰਦੇ ਨਜ਼ਰ ਆਏ ਨੇ ਜੀ, ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਉਹ ਕਹਿੰਦੇ ਨਜ਼ਰ ਆਏ ਨੇ ਵੀ ਭਾਈ ਸਾਡੇ ਕੋਲੇ ਜੋ ਰਿਪੋਰਟਾਂ ਨੇਗੀਆਂ ਉਹ ਸਾਡੇ ਕੋਲ ਪੂਰੀਆਂ ਰਿਪੋਰਟਾਂ ਨਹੀਂ ਹੈਗੀਆਂ ਵੀ ਜਿਹਨਾਂ, ਕਿਉਂਕਿ ਕੁਝ ਰਿਪੋਰਟਾਂ ਉਹ ਕਹਿ ਰਹੇ ਨੇ ਜਿਵੇਂ ਸਿਧਾਰਥ ਚਟੋਪਾਧਿਆਏ ਜਿਹੜੇ ਐਸਟੀਐਫ ਦੇ ਮੁਖੀ ਸੀ, ਜਦੋਂ ਵੀ ਉਹ ਐਸਟੀਐਫ ਦੀ ਰਿਪੋਰਟ ਸਿਰਫ ਔਰ ਸਿਰਫ ਹਾਈ ਕੋਰਟ ਕੋਲੇ ਪਈ ਹੈ, ਜੋ ਕਿ ਬੰਦ ਲਿਫਾਫੇ ਦੇ ਵਿੱਚ ਹੈ, ਸੀਲਬੰਦ ਲਿਫਾਫੇ 'ਚ ਹੈ। ਅਸੀਂ ਉਹਦੇ ਬਾਰੇ ਕਿਵੇਂ ਦੱਸ ਸਕਦੇ ਹਾਂਗੇ? ਅੱਜ ਉਹ ਦਲੀਲ ਦਿੰਦੇ ਨਜ਼ਰ ਆਏ ਨੇ
ਤੇ ਕੀ ਲੱਗਦਾ ਤੁਹਾਨੂੰ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਨਵੀਂ ਸਰਕਾਰ ਹੈ, ਇਹ ਵੀ ਇੱਕ ਇਸ਼ੂ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜਦੋਂ 7 ਜੁਲਾਈ ਨੂੰ ਫਿਰ ਪੇਸ਼ ਹੋਣਗੇ ਸਾਡੇ ਏਜੀ ਸਾਹਿਬ, ਇਹ ਕਹਿੰਦੇ ਨਜ਼ਰ ਆਉਣਗੇ ਵੀ ਇਹ ਪਿਛਲੇ ਸਰਕਾਰ ਦੀਆਂ ਵੇਲੇ ਦੇ ਕੇਸ ਨੇਗੇ, ਨਵੀਂ ਸਰਕਾਰ ਨੂੰ ਨਹੀਂ ਪਤਾ, ਇਹਦੇ ਬਾਰੇ ਹੋਰ ਟਾਈਮ ਦਿੱਤਾ ਜਾਵੇ, ਕੋਈ ਇਸ ਤਰ੍ਹਾਂ ਦੀ ਦਲੀਲ ਦਿੰਦੇ ਹੋਏ ਨਜ਼ਰ ਆਉਣਗੇ? ਕਿਉਂਕਿ ਅੱਜ ਉਹਨਾਂ ਨੇ ਸਿਧਾਰਥ ਚਟੋਪਾਧਿਆਏ ਦੇ ਐਸਟੀਐਫ ਰਿਪੋਰਟ ਦੀ ਵੀ ਦਲੀਲ ਦਿੱਤੀ ਵੀ ਉਹ ਸਿਰਫ ਔਰ ਸਿਰਫ ਜਿਹੜੀ ਉਹਦੀ ਕਾਪੀ ਹੈ, ਸਾਡੇ ਕੋਲ ਤਾਂ ਕਾਪੀ ਓ ਨਹੀਂ ਹੈਗੀ, ਉਹ ਰਿਪੋਰਟ ਸਿੱਧੀ ਦੀ ਸਿੱਧੀ ਹਾਈ ਕੋਰਟ ਦੇ ਵਿੱਚ ਸਬਮਿਟ ਕਰਾ ਦਿੱਤੀ ਗਈ ਸੀ। ਕਿਵੇਂ ਦੇਖ ਰਹੇ ਹੋ ਦਿੱਲੀ ਨੂੰ? ਲਖਵਿੰਦਰ ਜੀ, ਇਹ ਫਿਰ ਸਰਕਾਰਾਂ ਦੀ ਵੱਡੀ ਨਲਾਇਕੀ ਕਹੂੰਗਾ ਮੈਂ ਇਸ ਗੱਲ ਨੂੰ, ਕਿਉਂਕਿ ਐਸਟੀਐਫ ਹੁੰਦੀ ਹੈ ਜਿਹੜੀ, ਉਹ ਮਾਣਯੋਗ ਹਾਈ ਕੋਰਟ ਦੇ ਥੱਲੇ ਕੰਮ ਨਹੀਂ ਕਰਦੀ, ਉਹ ਕੰਮ ਕਰਦੀ ਹੈ ਗ੍ਰਹਿ ਵਿਭਾਗ ਦੇ ਅੰਡਰ, ਡੀਜੀਪੀ ਪੰਜਾਬ ਦੇ ਅੰਡਰ ਤੇ ਗ੍ਰਹਿ ਵਿਭਾਗ ਪੰਜਾਬ ਦੇ ਅੰਡਰ। ਤਾਂ ਮੁੱਖ ਮੰਤਰੀ ਦੇ ਕੋਲ ਹੀ ਹੁੰਦਾ, ਤਕਰੀਬਨ ਸਾਰੇ ਹੀ ਮੁੱਖ ਮੰਤਰੀ ਆਪਣੇ ਕੋਲ ਹੀ ਰੱਖਦੇ ਨੇ ਗ੍ਰਹਿ ਵਿਭਾਗ। ਤਾਂ ਫਿਰ ਇਹ ਵੱਡੀ ਨਲਾਇਕੀ ਹੈ ਕਿ ਪੰਜਾਬ ਸਰਕਾਰ ਕੋਲ ਉਸ ਰਿਪੋਰਟ ਦੀ ਕਾਪੀ ਹੈ ਨਹੀਂ। ਤਾਂ ਇਹ ਕਿਸ ਨੇ, ਇਹ ਵੀ ਵੱਡਾ ਇੱਕ ਸਵਾਲ ਹੈ ਕਿ ਕਿਹਨੇ ਕਿਹਾ ਕਿ ਜਿਹੜੀ ਰਿਪੋਰਟ ਹੈਗੀ ਹੈ ਐਸਟੀਐਫ ਸਿੱਧੀ ਮਾਣਯੋਗ ਹਾਈ ਕੋਰਟ ਨੂੰ ਹੀ ਜਮ੍ਹਾਂ ਕਰਾ ਦੇਵੇ? ਕਿ ਸਰਕਾਰਾਂ ਦਾ ਇਹ ਫਰਜ਼ ਨਹੀਂ ਬਣਦਾ ਕਿ ਜਿਹੜੀ ਰਿਪੋਰਟ ਆਈ ਹੈ ਘੱਟੋ ਘੱਟ ਉਸ ਨੂੰ ਦੇਖਿਆ ਜਾਵੇ, ਉਹਨੂੰ ਐਨਾਲਾਈਜ਼ ਕੀਤਾ ਜਾਵੇ? ਚਲੋ ਜਨਤਕ ਕਰਨਾ ਉਹ ਇੱਕ ਵੱਡੀ ਗੱਲ ਹੈ, ਉਹ ਅਲੱਗ ਗੱਲ ਹੈ, ਨਾ ਕੀਤਾ ਜਾਵੇ ਕੋਈ ਦਿੱਕਤ ਵਾਲੀ ਗੱਲ ਨਹੀਂ, ਲੇਕਿਨ ਸਰਕਾਰ ਨੂੰ ਤਾਂ ਘੱਟੋ ਘੱਟ ਪਤਾ ਹੋਣਾ ਚਾਹੀਦਾ ਨਾ। ਇਹ ਤਾਂ ਦੇਖੋ ਇੱਕ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ। ਇਹ ਨਹੀਂ ਹੋ ਸਕਦਾ ਕਿ ਐਸਟੀਐਫ ਨੇ ਜਾ ਕੇ ਸਿੱਧੀ ਹਾਈ ਕੋਰਟ 'ਚ ਰਿਪੋਰਟ ਸਬਮਿਟ ਕਰਤੀ, ਇਹ ਪੋਸੀਬਲ ਹੀ ਹੈ ਨਹੀਂ। ਕਿਉਂਕਿ ਜੇਕਰ ਇਹ ਰਿਪੋਰਟ ਸਬਮਿਟ ਹੋਈ ਹੋਊਗੀ ਤਾਂ ਇਹ ਗ੍ਰਹਿ ਮੰਤਰਾਲੇ ਕੋਲ ਹੋਈ ਹੋਊਗੀ, ਗ੍ਰਹਿ ਵਿਭਾਗ ਕੋਲ ਹੋਈ ਹੋਊਗੀ, ਇਹਨਾਂ ਨੂੰ ਸਾਰਾ ਉਹਦਾ ਪਤਾ ਹੋਊਗਾ। ਇਹ ਸਿਰਫ ਬਹਾਨੇਬਾਜ਼ੀਆਂ ਘੜੀਆਂ ਜਾ ਰਹੀਆਂ ਨੇ, ਸਿਰਫ ਕਿ ਕਾਰਵਾਈ ਤੋਂ ਬਚਿਆ ਜਾ ਸਕੇ ਜਾਂ ਫਿਰ ਹੋਰ ਸਮਾਂ ਜਿਹੜਾ ਉਹ ਲਿਆ ਜਾ ਸਕੇ। ਬਿਲਕੁਲ। ਉਹ ਦੂਸਰੀ ਦਲੀਲ ਮੈਂ ਇਹਨੂੰ ਸਰ ਪੁੱਛ ਰਿਹਾ ਸੀ ਵੀ ਉਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਵੀ ਸਰਕਾਰ ਨਵੀਂ ਹੈ ਜੀ, ਪਿਛਲੀ ਸਰਕਾਰ ਵੇਲੇ ਦੇ ਕੇਸ ਨੇ, ਸਾਡੀ ਤਾਂ ਸਰਕਾਰ ਪਹਿਲੀ ਵਾਰ ਸੱਤਾ 'ਚ ਆਈ ਹੈ। ਦੇਖੋ ਲਖਵਿੰਦਰ ਜੀ, ਹਾਈ ਕੋਰਟ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਕਿ ਸਰਕਾਰ ਨਵੀਂ ਹੈ ਕਿ ਸਰਕਾਰ ਪੁਰਾਣੀ ਹੈ। ਉਹਨਾਂ ਨੇ ਰਿਪੋਰਟ ਮੰਗੀ ਆ, ਉਹਨਾਂ ਨੇ ਕਾਰਜਕੁਸ਼ਲਤਾ ਦੇਖਣੀ ਆ, ਉਹਨਾਂ ਨੇ ਇਹ ਨਹੀਂ ਦੇਖਣਾ ਸਰਕਾਰ ਨਵੀਂ ਆ ਪੁਰਾਣੀ ਆ। ਲੋਕਾਂ ਨੇ ਸਰਕਾਰ ਚੁਣਤੀ ਹੈ, ਸਰਕਾਰ ਬਣ ਗਈ ਹੈ, ਮੁੱਖ ਮੰਤਰੀ ਬਣ ਗਿਆ, ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਗੱਲ ਦੀ। ਇਸ ਗੱਲ ਦੇ ਉੱਤੇ ਕੋਈ ਬਹਾਨੇਬਾਜ਼ੀ ਇਹ ਹਾਈ ਕੋਰਟ ਦੇ ਵਿੱਚ ਨਹੀਂ ਰੱਖ ਸਕਦੇ, ਕਿਉਂਕਿ ਇਹ ਬਹਾਨੇਬਾਜ਼ੀ ਉੱਥੇ ਨਾ ਮੰਨੀ ਜਾਣੀ ਆ। ਕਿਉਂਕਿ ਅਧਿਕਾਰੀ ਤਾਂ ਉਹੀ ਨੇ ਨਾ, ਸਰਕਾਰ ਬੇਸ਼ੱਕ ਨਵੀਂ ਆ, ਕੀ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਆ? ਤਾਂ ਇਹ ਉਸ ਅਧਿਕਾਰੀਆਂ ਨੂੰ ਪੁੱਛਣਾ ਬਣਦਾ, ਬਿਠਾ ਕੇ ਭਗਵੰਤ ਮਾਨ ਸਾਹਿਬ ਕੱਲ੍ਹ ਹੀ ਮੀਟਿੰਗ ਬੁਲਾ ਕੇ ਉਹਨਾਂ ਨੂੰ ਪੁੱਛਣ ਵੀ ਭਾਈ ਦੱਸੋ ਕੀ ਕੁਛ ਕੀਤਾ ਤੁਸੀਂ, ਕੀ ਹੁਣ ਸਿਧਾਰਥ ਚਟੋਪਾਧਿਆਏ ਕਿਤੇ ਚਲੇ ਗਏ ਨੇ ਜਾਂ ਫਿਰ ਕੋਈ ਹੋਰ ਅਧਿਕਾਰੀ ਨੇ ਜਿਹੜੇ ਉਹ ਦੇਸ਼ ਛੱਡ ਗਏ ਨੇ, ਵਿਦੇਸ਼ਾਂ 'ਚ ਵਸ ਗਏ ਨੇ ਜਾ ਕੇ? ਸਾਰੇ ਅਧਿਕਾਰੀ ਵੀ ਇੱਥੇ ਨੇ, ਇਹ ਤਾਂ ਬਹਾਨੇਬਾਜ਼ੀਆਂ ਨੇ। ਬਿਲਕੁਲ ਜੀ, ਬਿਲਕੁਲ। ਕਹਿ ਦਈਏ ਵੀ ਆਪਾਂ ਇੱਕ ਵੱਡੀ ਬਿਪਤਾ ਛਿੜਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਨੂੰ, ਕਿਉਂਕਿ ਹਾਈ ਕੋਰਟ ਦੇ ਆਦੇਸ਼ ਵੀ ਸਖਤ ਨੇ 7 ਜੁਲਾਈ ਤੱਕ ਪੇਸ਼ ਹੋਣ ਲਈ ਕਿਹਾ, ਤੇ ਨਾਲ ਉਹਨਾਂ ਨੇ ਇਹ ਗੱਲ ਕਿਹਾ ਵੀ ਤੁਸੀਂ ਆਪਣਾ ਜਵਾਬ ਉਸ ਦਿਨ ਸਬਮਿਟ ਕਰਾ ਦਿਓ। ਦੂਸਰੇ ਪਾਸੇ ਦਾ ਗੱਲ ਕਰੀਏ ਆਪਣਾ, ਕਿਉਂਕਿ ਨਸ਼ੇ ਮੁੱਦੇ ਉੱਪਰ ਹੀ ਹਾਈ ਕੋਰਟ ਵੱਲੋਂ ਝਿੜਕਾਂ ਪਈਆਂ ਨੇ, ਆਦੇਸ਼ ਹੋਏ ਨੇਗੇ, ਜਵਾਬ ਦੇਣਾ ਪੈਣਾ ਹੈ। ਤੇ ਦੂਸਰੇ ਪਾਸੇ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ ਸੀ ਮਾਣਯੋਗ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ, ਮਾਣਯੋਗ ਪੂਰੇ ਆਪਣੇ ਸੂਬੇ ਦੇ ਡੀਸੀ ਸਾਹਿਬਾਨਾਂ ਦੇ ਨਾਲ ਤੇ ਐਸਐਸਪੀ ਸਾਹਿਬਾਨਾਂ ਦੇ ਨਾਲ। ਮੁੱਦਾ ਸੀਗਾ, ਮਾਮਲਾ ਸੀਗਾ ਨਸ਼ੇ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ। ਸੋ ਉਹਨਾਂ ਦੇ ਵਿੱਚ ਜਿੱਥੇ ਉਹਨਾਂ ਨੇ ਤਜਵੀਜ਼ਾਂ ਸੁਣੀਆਂ ਨੇ ਵੀ ਕਿਵੇਂ ਕੰਟਰੋਲ ਕੀਤਾ ਜਾਂਦਾ ਹੈ, ਸਾਰੀ ਮੀਟਿੰਗ ਤੋਂ ਬਾਅਦ ਇੱਕ ਆਦੇਸ਼ ਦਿੰਦੇ ਹੋਏ ਨਜ਼ਰ ਆਏ ਨੇ ਉਹ ਸਾਰੇ ਐਸਐਸਪੀ ਤੇ ਡੀਸੀ ਸਾਹਿਬਾਨਾਂ ਨੂੰ ਵੀ ਅੱਜ ਤੋਂ ਬਾਅਦ ਜਿਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਦੇ ਮਾਮਲੇ ਹੋਣਗੇ ਜਾਂ ਇਹ ਦੇਖਿਆ ਜਾਏਗਾ ਵੀ ਨਸ਼ਾ ਕਿਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ, ਕਿਸ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਜਿਹਦੇ ਮਾਮਲੇ ਸਾਹਮਣੇ ਆ ਰਹੇ ਨੇ, ਤਾਂ ਉਸ ਜ਼ਿਲ੍ਹੇ ਦੇ ਐਸਐਸਪੀ ਅਤੇ ਜਿਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਵਾਰਦਾਤਾਂ ਹੋਣਗੀਆਂ ਨਸ਼ੇ ਨੂੰ ਲੈ ਕੇ, ਜਾਂ ਫਿਰ ਕਹੀਏ ਵੀ ਮਾਮਲੇ ਦਰਜ ਹੋਣਗੇ ਨਸ਼ੇ ਨੂੰ ਲੈ ਕੇ, ਜਾਂ ਨਸ਼ੇ ਦੇ ਮਾਮਲੇ ਸਾਹਮਣੇ ਆਉਣਗੇ ਜ਼ਿਆਦਾ, ਉਸ ਸੰਬੰਧਿਤ ਇਲਾਕੇ ਦੇ ਥਾਣੇਦਾਰ ਜਾਂ ਫਿਰ ਕਹਿ ਦਈਏ ਵੀ ਇੰਚਾਰਜ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਤੇ ਉਹਨਾਂ ਵਿਰੁੱਧ ਵੀ ਕਾਰਵਾਈ ਹੁੰਦੀ ਨਜ਼ਰ ਆਏਗੀ। ਕਿਵੇਂ ਦੇਖ ਰਹੇ ਇਸ ਐਕਸ਼ਨ ਤੋਂ ਬਾਅਦ ਕੀ ਸੱਚਮੁੱਚ ਪੰਜਾਬ ਪੁਲਿਸ ਨਸ਼ਾ ਜੋ ਗਰੋਹ ਨੇ, ਨਸ਼ਾ ਤਸਕਰ ਨੇ, ਉਹਨਾਂ ਦੇ ਉੱਪਰ ਹੁਣ ਕੰਟਰੋਲ ਕਰਦੀ ਨਜ਼ਰ ਆਏਗੀ, ਉਹਨਾਂ ਦੇ ਉੱਪਰ ਸਖਤੀ ਕਰਦੀ ਨਜ਼ਰ ਆਏਗੀ? ਲਖਵਿੰਦਰ ਜੀ ਦੇਖੋ, ਜਿਹੜੀਆਂ ਆਪਾਂ ਪਿਛਲੇ ਇੱਕ ਹਫ਼ਤੇ ਦੀਆਂ ਘਟਨਾਵਾਂ ਦੀ ਗੱਲ ਕਰ ਲਈਏ, ਉਸ ਨੂੰ ਦੇਖ ਕੇ ਤਾਂ ਨਹੀਂ ਲੱਗਦਾ ਕਿ ਇਹ ਜਿਹੜਾ ਮਾਮਲਾ ਹੈਗਾ ਕੰਟਰੋਲ 'ਚ ਆਊਗਾ ਸਰਕਾਰ ਦੇ। ਬੇਸ਼ੱਕ ਐਸਟੀਐਫ ਦਾ ਗਠਨ ਕਰਤਾ, ਤਾਂ ਦੂਜੇ ਪਾਸੇ ਹੁਣ ਇਹ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਐਸਐਸਪੀ ਬੁਲਾਏ ਗਏ ਨੇ ਜਾਂ ਫਿਰ ਐਸਐਚਓ ਨੇ ਜਿਹੜੇ, ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੈਅ ਕਰ ਦਿੱਤੀ ਗਈ ਹੈ। ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਚੋਰ ਮੋਰੀਆਂ ਵੀ ਨੇ। ਦੇਖੋ ਲਖਵਿੰਦਰ ਜੀ, ਹੁਣ ਕੀ ਹੋਏਗਾ ਜਿੱਥੇ ਜਿੱਥੇ ਨਸ਼ਾ ਵਿਕ ਰਿਹਾ, ਜਦੋਂ ਤੁਸੀਂ ਪਹਿਲਾਂ ਹੀ ਇੱਕ ਕਹਿੰਦੇ ਹੁੰਦੇ ਨੇ ਗੈਰ ਤਜਰਬੇਕਾਰੀ ਵਾਲੀ ਗੱਲ ਕਰ ਦਿੱਤੀ ਤੁਸੀਂ ਪਹਿਲਾਂ ਹੀ। ਇੱਥੇ ਮਾਨ ਸਾਹਿਬ ਗੈਰ ਤਜਰਬਾ ਦਿਖਾ ਕੇ ਆਪਣਾ ਜਿਹੜਾ ਕਿ ਤਜਰਬੇ ਦੀ ਘਾਟ ਨੂੰ ਸਾਬਿਤ ਕਰ ਗਿਆ। ਉਹਨਾਂ ਨੇ ਕਹਿ ਦਿੱਤਾ ਕਿ ਐਸਐਚਓ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ।
ਹੁਣ ਕੀ ਹੋਏਗਾ, ਨਸ਼ਾ ਜ਼ਰੂਰ ਵਿਕੇਗਾ ਲੇਕਿਨ ਐਸਐਚਓ ਰਿਪੋਰਟ ਹੀ ਨਹੀਂ ਕਰਨਗੇ। ਜਦੋਂ ਉਹਦੀ ਰਿਪੋਰਟ ਹੀ ਨਹੀਂ ਲਿਖੀ ਜਾਊਗੀ ਤਾਂ ਸਰਕਾਰ ਕੋਲ ਅੰਕੜੇ ਕਿੱਥੋਂ ਜਾਣਗੇ। ਜੇਕਰ ਉੱਥੇ ਹੀ ਪੁਲਿਸ ਪਹਿਲਾਂ ਹੀ ਪੈਸਾ ਲੈ ਕੇ ਰਫਾ ਦਫਾ ਕਰਦੀ ਰਹੀ ਮਾਮਲੇ, ਤਾਂ ਫਿਰ ਸਰਕਾਰ ਕੋਲ ਰਿਪੋਰਟ ਵੀ ਕਾਹਦੀ ਜਾਣੀ ਹੈ, ਤਾਂ ਫਿਰ ਕਿਸ ਤਰ੍ਹਾਂ ਦੇ ਨਾਲ ਨਸ਼ਾ ਬੰਦ ਹੋਊਗਾ। ਇਸ ਤਰ੍ਹਾਂ ਨਸ਼ਾ ਬੰਦ ਨਹੀਂ ਹੋਣਾ। ਇਹਦੇ ਲਈ ਕੋਈ ਠੋਸ ਰਣਨੀਤੀ ਬਣਾਉਣੀ ਪੈਣੀ ਹੈ। ਇਹ ਨਹੀਂ ਕਿ ਤੁਸੀਂ ਇਕੱਲੀਆਂ ਜ਼ਿੰਮੇਵਾਰੀਆਂ ਤੈਅ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ। ਇਸ ਤਰ੍ਹਾਂ ਦੇ ਨਾਲ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਕਦੇ ਖਤਮ ਨਹੀਂ ਹੁੰਦੀਆਂ। ਖਾਸ ਕਰਕੇ ਜਦੋਂ ਤੁਸੀਂ ਕੋਈ ਇਹੋ ਜਿਹੀ ਗੈਰ ਤਜਰਬੇਕਾਰੀ ਵਾਲੀ ਗੱਲ ਕਰਦੇ ਹੋ ਕਿ ਅਸੀਂ ਫਲਾਣੇ ਦੀ ਜ਼ਿੰਮੇਵਾਰੀ ਤੈਅ ਕਰਤੀ, ਢਿਮਕੇ ਦੀ ਜ਼ਿੰਮੇਵਾਰੀ ਤੈਅ ਕਰਤੀ, ਤਾਂ ਹੁਣ ਪੁਲਿਸ ਦੇ ਕੋਲ ਵਧੀਆ ਕੰਮ ਹੈ। ਉਹ ਤਾਂ ਨਸ਼ਾ ਵਿਕ ਰਿਹਾ, ਪੈਸੇ ਆ ਰਹੇ ਨੇ, ਜੇਕਰ ਮੰਥਲੀਆਂ ਬੰਨੀਆਂ ਮੰਥਲੀਆਂ ਆ ਰਹੀਆਂ ਨੇ, ਉਹ ਰਿਪੋਰਟ ਕਰਨਾ ਬੰਦ ਕਰ ਦੇਣਗੇ, ਕੋਈ ਮਾਮਲਾ ਹੀ ਨਹੀਂ ਦਰਜ ਕਰਨਗੇ। ਸਾਡੇ ਇਲਾਕੇ ਤਾਂ ਜੀ ਨਸ਼ਾ ਵਿਕ ਨਹੀਂ ਰਿਹਾ। ਜਿਹੜੇ ਮਾਮਲੇ ਦਰਜ ਹੋ ਰਹੇ ਨੇ ਉਹ ਮਾਮਲੇ ਵੀ ਦਰਜ ਹੋਣੋਂ ਹਟ ਜਾਣਗੇ। ਹੁਣ ਤੁਸੀਂ ਦੇਖ ਲਿਓ, ਇਹ ਹਕੀਕਤ ਹੈ ਔਰ ਤੁਹਾਡੇ ਸਾਹਮਣੇ ਹੋਣਾ ਇਹ। ਇਹਦੇ ਵਿੱਚ ਠੋਸ ਰਣਨੀਤੀ ਬਣਾਉਣ ਦੀ ਲੋੜ ਹੈ, ਨਾ ਕਿ ਅਫਸਰਾਂ ਨੂੰ ਦਬਕਾਉਣ ਦੀ। ਇਹ ਮਾਮਲਾ ਪਿਆਰ ਨਾਲ ਨਜਿੱਠਿਆ ਜਾ ਸਕਦਾ, ਦਬਕਾ ਕੇ ਨਹੀਂ ਨਜਿੱਠਿਆ ਜਾ ਸਕਦਾ। ਤੁਸੀਂ ਸ਼ਾਬਾਸ਼ੀ ਦੇ ਕੇ ਕੰਮ ਕਰਾਓ ਕਿ ਭਾਈ ਸ਼ਾਬਾਸ਼ ਤੁਸੀਂ ਕਰੋ, ਕੋਈ ਗੱਲ ਨਹੀਂ, ਜਿਹੜਾ ਵੱਧ ਮਾਮਲੇ ਦਰਜ ਕਰੂਗਾ ਉਹਨੂੰ ਅਸੀਂ ਸਨਮਾਨਿਤ ਕਰਾਂਗੇ। ਨਾ ਕਿ ਇਹ ਕਹੋ ਕਿ ਜਿੱਥੇ ਜ਼ਿਆਦਾ ਮਾਮਲੇ ਹੋਣਗੇ ਉੱਥੇ ਅਸੀਂ ਸਜ਼ਾ ਦੇ ਦਾਂਗੇ। ਇੱਦਾਂ ਕਿੱਦਾਂ ਨਸ਼ਾ ਕੰਟਰੋਲ ਹੋ ਜਾਊਗਾ? ਇੱਦਾਂ ਲਖਵਿੰਦਰ ਜੀ ਮੈਨੂੰ ਨਹੀਂ ਲੱਗਦਾ ਨਸ਼ਾ ਕੰਟਰੋਲ ਹੋਊਗਾ। ਇਹ ਤਾਂ ਇੱਕ ਕਹਿ ਲਈ ਕਿ ਗੈਰ ਤਜਰਬੇਕਾਰੀ ਵਾਲੀ ਇਹਨਾਂ ਨੇ ਗੱਲ ਹੈ ਜਿਹੜੀ ਉਹਨੂੰ ਸਾਬਿਤ ਕਰਤਾ। ਬਿਲਕੁਲ ਜੀ, ਤੁਸੀਂ ਕਹਿ ਰਹੇ ਹੋ ਵੀ ਜੋ ਅੱਜ ਐਕਸ਼ਨ ਸਖਤ ਰਵੱਈਆ ਅਧਿਕਾਰੀਆਂ ਦੇ ਸੰਬੰਧ ਦੇ ਵਿੱਚ ਦਿਖਾਉਂਦੇ ਹੋਏ ਨਜ਼ਰ ਆਏ ਨੇਗੇ ਨਸ਼ੇ ਨੂੰ ਕੰਟਰੋਲ ਕਰਨ ਦੇ ਲਈ, ਉਹ ਹੀ ਜੇਕਰ ਕਹੀਏ ਭਗਵੰਤ ਮਾਨ ਦੀ ਫੈਸਲੇ ਉੱਪਰ ਭਾਰੂ ਪੈਂਦਾ ਹੋਇਆ ਨਜ਼ਰ ਆਏਗਾ। ਫੈਸਲਾ ਹੁਣ ਨੁਕਸਾਨ ਕਰੇਗਾ ਨਸ਼ੇ ਦੀ, ਜਿਵੇਂ ਤੁਸੀਂ ਗੱਲ ਕਹੀ ਹੈਗੀ ਉਸ ਦੇ ਉੱਪਰ। ਹੁਣ ਇਹ ਨਸ਼ੇ ਦੇ ਉੱਪਰ ਐਕਸ਼ਨ ਜ਼ਰੂਰ ਲਿਆਗਾ, ਲੇਕਿਨ ਇਹ ਐਕਸ਼ਨ ਉਲਟਾ ਸਰਕਾਰ ਦੇ ਉੱਪਰ ਹੀ ਭਾਰੂ ਪੈਂਦਾ ਨਜ਼ਰ ਆਏਗਾ। ਸੋ ਗਿੱਲ ਸਾਹਿਬ, ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਲਖਵਿੰਦਰ ਜੀ। ਸੋ ਇਹ ਸਨ ਮੇਰੇ ਸੀਨੀਅਰ ਸਹਿਯੋਗੀ ਅਵਤਾਰ ਸਿੰਘ ਗਿੱਲ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਚਰਚਾ ਕੀਤੀ ਗਈ ਹੈ ਬਜਟ ਦੀ, ਕਿ ਬਜਟ ਦੇ ਵਿੱਚ ਲੋਕਾਂ ਨੂੰ ਰਾਹਤ ਹੋਏਗੀ ਜਾਂ ਫਿਰ ਆਮ ਆਦਮੀ ਪਾਰਟੀ ਸਰਕਾਰ ਰਾਹਤ ਦੇਣ ਦੇ ਚੱਕਰ ਵਿੱਚ ਖੁਦ ਇੱਕ ਚੱਕਰ ਵਿਊ ਦੇ ਵਿੱਚ ਫਸਦੀ ਹੋਈ ਨਜ਼ਰ ਆਏਗੀ। ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਜਦੋਂ ਪੂਰਨ ਤੌਰ ਤੇ ਬਜਟ ਪੇਸ਼ ਕੀਤਾ ਜਾਏਗਾ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਅਸੀਂ ਮਿਲਾਂਗੇ, ਸਾਡੀ ਹੋਏਗੀ ਮੁਲਾਕਾਤ, ਕਰਾਂਗੇ ਕੁਝ ਅਹਿਮ ਖਬਰਾਂ ਦੇ ਉੱਪਰ ਫਿਰ ਤੋਂ ਚਰਚਾ। ਉਦ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।